ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਨਵਾਂ ਚੈਨਲ ਆ ਬਾਬਾ ਭਾਈ ਸਖਰਾਮ ਤੇ ਜੋ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਨਮ ਸਾਖੀ ਚੱਲ ਰਹੀ ਹੈ। ਜੋ ਕਥਾ ਅੱਜ ਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ, ਉਹ ਹੈਗਾ ਬ੍ਰਾਹਮਣ ਚੋਰ ਫੜਨਾ। ਕਿਉਂਕਿ ਗੁਰੂ ਜੀ ਦੇ ਦਰਬਾਰ ਦੇ ਵਿੱਚ ਗਹਿਮਾ ਗਹਿਮ ਸਾਰਾ ਕੁਛ ਬੜਾ ਠੀਕ ਠਾਕ ਚੱਲ ਰਿਹਾ ਹੈ। ਕੁਛ ਨਾ ਕੁਛ ਉਹਦੇ ਵਿੱਚ ਕਈ ਔਗਣਕਾਰੇ ਬੰਦੇ ਵੀ ਆ ਜਾਂਦੇ ਆ, ਜਿਵੇਂ ਕੋਈ ਚੋਰ ਗੀਸੇ ਇਕੱਠ ਦੇ ਵਿੱਚ ਅੱਜ ਵੀ ਹੁੰਦੇ ਆ, ਉਸ ਟਾਈਮ ਵੀ ਹੁੰਦੇ ਸੀ। ਇੱਥੋਂ ਕਥਾ ਵਿਚਾਰ ਆਪਾਂ ਸ਼ੁਰੂ ਕਰਾਂਗੇ ਸਾਧ ਸੰਗਤ। ਜੋ ਅੱਜ ਦੀ ਕਥਾ ਵਿਚਾਰ ਹੈ, ਦੀਪਮਾਲਾ ਦਾ ਮੇਲਾ ਬਹੁਤ ਭਰਿਆ। ਦੀਵਾਲੀ ਦਾ ਅਨੰਦਪੁਰ ਸਾਹਿਬ ਦੇ ਵਿੱਚ ਨਾ ਮੇਲਾ ਦੀਵਾਲੀ ਦਾ ਬਹੁਤ ਭਰਿਆ। ਸੰਗਤ ਦੂਰ ਦੂਰ ਤੋਂ ਬਹੁਤ ਆਈ। ਉਸ ਵੇਲੇ ਦੇ ਲੋਕ ਬਹੁਤ ਭੋਲੇ ਅਤੇ ਸਿੱਧੇ ਸਾਧੇ ਹੁੰਦੇ ਸਨ ਪਹਿਲਿਆਂ ਦੇ ਵਿੱਚ। ਅੱਜ ਤੋਂ 50-60 ਵਰ੍ਹੇ ਵੀ ਪਹਿਲਾਂ ਜੇ ਆਪਾਂ ਦੇਖੀਏ ਸਾਧ ਸੰਗਤ, ਹੁਣ ਵੀ ਜਿਹੜੇ ਬਜ਼ੁਰਗ ਆਪਣੇ ਚਲੇ ਗਏ ਨਾ, ਉਹ ਵੀ ਬਹੁਤ ਭੋਲੇ ਹੁੰਦੇ ਸੀ। ਜਿਵੇਂ ਮਰਜ਼ੀ ਕਹਿ ਦਿਓ, ਜਿਵੇਂ ਬਾਦਲ ਉਹਨਾਂ ਨੂੰ ਵੋਟਾਂ ਪਾਈ ਗਏ ਵੀ ਪੰਥ ਨੂੰ ਵੋਟਾਂ ਪਾਉਣੀਆਂ, ਪੰਥ ਨੂੰ ਵੋਟਾਂ, ਪੰਥ ਗਿਣੀ ਗਏ। ਇਉਂ ਕਰਕੇ ਭੋਲੇ ਲੋਕ ਸੀ, ਉਹਨਾਂ ਨੂੰ ਪਤਾ ਨਹੀਂ ਸੀ ਵੀ ਸਿਆਸਤ ਕੀ ਚੀਜ਼ ਹੈ। ਇਸ ਤਰ੍ਹਾਂ ਉਹ ਵੇਲੇ ਦੇ ਭੋਲੇ ਲੋਕ ਸੀਗੇ। ਖਾਸ ਕਰਕੇ ਉਸ ਵੇਲੇ ਦੀਆਂ ਇਸਤਰੀਆਂ, ਜਿਹੜੀਆਂ ਉਸ ਟਾਈਮ ਦੀਆਂ ਬੁੜੀਆਂ ਜਾਂ ਇਸਤਰੀਆਂ ਹੁੰਦੀਆਂ ਸੀ, ਤਾਂ ਸਾਧੂ ਸੰਤਾਂ ਨੂੰ ਰੱਬ ਮੰਨ ਲੈਂਦੀਆਂ। ਜਿਹੜਾ ਸਾਧੂ ਸੰਤ ਹੈ ਵੀ ਉਹ ਪਰਮੇਸ਼ਰ ਦਾ ਰੂਪ ਹੀ ਹੈ, ਸਮਝਦੀਆਂ ਤੇ ਭਰੋਸਾ ਵੀ ਕਰ ਲੈਂਦੀਆਂ ਉਹਨਾਂ 'ਤੇ। ਜਿੱਥੇ ਲੋਕ ਨੇਕ ਹਨ ਉੱਥੇ ਮਾੜੇ ਵੀ ਹੁੰਦੇ ਆ। ਜਿੱਥੇ ਲੋਕ ਮਾੜੇ ਹੁੰਦੇ ਉੱਥੇ ਨੇਕ ਵੀ ਹੁੰਦੇ ਆ। ਉਹਨਾਂ ਮਾੜਿਆਂ ਦੀ ਗਿਣਤੀ ਭਾਵੇਂ ਘੱਟ ਸੀ, ਪਰ ਹੁੰਦੇ ਬਹੁਤ ਖਤਰਨਾਕ ਸਨ। ਚੋਰੀ ਅਤੇ ਫਰੇਬ ਆਦਿ ਤੋਂ ਚੱਲਿਆ ਆਉਂਦਾ ਰਾਜ ਅਤੇ ਧਰਮ ਦੇ ਪ੍ਰਭਾਵ ਨਾਲ ਕਦੀ ਉੱਚਾ ਅਤੇ ਕਦੀ ਨੀਵਾਂ ਹੁੰਦਾ ਗਿਆ। ਉਸ ਮੇਲੇ ਉੱਤੇ ਜੇਬ ਕੱਟ ਅਤੇ ਗਠੜੀ ਚੁੱਕ ਵੀ ਬਹੁਤ ਆਏ। ਅੱਜ ਵੀ ਜਿਵੇਂ ਆਪਾਂ ਇਕੱਠ ਦੇ ਵਿੱਚ ਜਾਂਦੇ ਹਾਂ, ਦਮਦਮਾ ਸਾਹਿਬ, ਅਨੰਦਪੁਰ ਸਾਹਿਬ, ਉੱਥੇ ਵੀ ਬਹੁਤ ਗੀਝੇ ਕੱਟਣ ਵਾਲੇ ਅਤੇ ਜਿਹੜਾ ਤੇਰੇ ਨਾਲ ਧੋਖਾ ਫਰੇਬ ਕਰਦੇ ਆ, ਉੱਥੇ ਵੀ ਬਹੁਤ ਆ ਜਾਂਦੇ ਆ ਵਿੱਚ ਇਕੱਠ ਦੇ। 3-4 ਵਾਰਦਾਤਾਂ ਹੋਣ ਦੇ ਹਾਹਾਕਾਰ ਮੱਚ ਗਈ ਇਕੱਠ ਦੇ ਵਿੱਚ ਨਾ। ਜਦੋਂ 3-4 ਵਾਰਦਾਤਾਂ ਹੋਈਆਂ ਅਤੇ ਬਹੁਤ ਹਾਹਾਕਾਰ ਮੱਚ ਗਈ ਵੀ ਅਨੰਦਪੁਰ ਸਾਹਿਬ ਹੋਲੇ ਦੀਵਾਲੀ ਦੇ ਤਿਉਹਾਰ 'ਤੇ ਆਏ ਆ ਅਤੇ ਇਹ ਕੀ ਹੋਣ ਲੱਗ ਗਿਆ। ਜਿਹਦਾ ਹੁਣ ਸਾਰਾ ਸਮਾਨ ਚੱਕਿਆ ਗਿਆ, ਉਹਦਾ ਕੀ ਹਾਲ ਆ, ਦੂਰੋਂ ਆਇਆ ਹੋਵੇ ਬੰਦਾ। ਅੱਜ ਤਾਂ ਚਲੋ ਪੈਸਾ ਬਹੁਤ ਆ, ਲੋਕ ਦੇ ਦਿੰਦੇ ਆ ਹੁਣ ਤਾਂ ਕਿਸੇ ਨਾ ਕਿਸੇ ਨੂੰ। ਉਦੋਂ ਤਾਂ ਪੈਸਾ ਵੀ ਬਹੁਤ ਥੋੜ੍ਹਾ ਹੁੰਦਾ ਸੀ। ਅਤੇ ਰਾਜ ਅਤੇ ਧਰਮ ਦੇ ਪ੍ਰਭਾਵ ਨਾਲ ਕਦੀ ਉੱਚਾ ਅਤੇ ਕਦੀ ਨੀਵਾਂ ਹੁੰਦਾ ਗਿਆ। ਜਦੋਂ ਗਠੜੀਆਂ ਚੱਕ, ਪਰ ਉਹਨਾਂ ਨੇ ਕਿਤੇ ਅਰਜ਼ ਨਾ ਕੀਤੀ। ਮੁਖੀ ਸਿੱਖ ਹੈਰਾਨ ਹੋਏ। ਸਾਰੇ ਮੇਲੇ ਵਿੱਚ ਪਤਾ ਨਾ ਲੱਗਾ ਕਿ ਕੌਣ ਚੋਰ ਅਤੇ ਕੌਣ ਠੱਗ ਹੈ। ਹੁਣ ਮੇਲੇ ਵਿੱਚ ਸਾਧ ਜਿੰਨਾ ਚਿਰ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਪਤਾ ਨਹੀਂ ਲੱਗਦਾ ਵੀ ਠੱਗ ਕੌਣ ਹੈ ਅਤੇ ਚੋਰ ਕੌਣ ਹੈ। ਕਿਉਂਕਿ ਸਾਰੇ ਗੁਰਮੁਖ, ਪੰਡਤ, ਸਾਧੂ ਅਤੇ ਫਕੀਰ ਜਾਪਦੇ ਆ। ਉਹਨਾਂ ਦੇ ਵੀ ਲੀੜੇ ਸਾਧੂਆਂ ਪੰਡਤਾਂ ਵਾਲੇ ਹੀ ਪਾਏ ਆ, ਚੋਰਾਂ ਠੱਗਾਂ ਦੇ। ਆਖਰ ਸਤਿਗੁਰੂ ਜੀ ਤੱਕ ਇਹ ਮਾਮਲਾ ਪਹੁੰਚ ਗਿਆ। ਆਖਰ ਨੂੰ ਹੌਲੀ ਹੌਲੀ ਘੈਂਸ ਹੁੰਦੀ ਨਾ, ਇਹ ਮਾਮਲਾ ਸਤਿਗੁਰੂ ਜੀ ਤੱਕ ਪਹੁੰਚ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ। ਹੁਣ ਘਟ ਘਟ ਦੀ ਜਾਣਨਹਾਰ ਪ੍ਰਮਾਤਮਾ ਪ੍ਰਭੂ ਨੇ ਉਸੇ ਵੇਲੇ ਆਤਮਿਕ ਸ਼ਕਤੀ ਨਾਲ ਅਨੁਭਵ ਕਰ ਲਿਆ ਕਿ ਕੌਣ ਚੋਰ ਹੈ ਅਤੇ ਕੌਣ ਠੱਗ ਹੈ। ਅਨੁਭਵ ਕਰਿਆ ਮਹਾਰਾਜ ਨੇ ਆਪਣੀ ਸ਼ਕਤੀ ਨਾਲ। ਕਰਨ ਪਿੱਛੋਂ ਮਹਾਰਾਜ ਨੇ ਦੀਵਾਨ ਆਨੰਦ ਚੰਦ ਨੂੰ ਹੁਕਮ ਦਿੱਤਾ, ਜਿੰਨੇ ਲੰਮੇ ਟਿੱਕੇ ਅਤੇ ਧੋਤੀਆਂ ਵਾਲੇ ਬ੍ਰਾਹਮਣ ਫਿਰਦੇ ਆ ਵਿੱਚ ਮੇਲੇ ਦੇ, ਗਲ ਰੁਦਰਕਸ਼ ਦੀਆਂ ਮਾਲਾਂ ਪਾਈਆਂ ਹੋਈਆਂ ਉਹਨਾਂ ਦੇ ਗਲ ਦੇ ਵਿੱਚ, ਪੈਰੀ ਪਊਏ ਪਾਏ ਹੋਏ ਆ,
ਉਹਨਾਂ ਨੂੰ ਫੜ ਕੇ ਲਿਆਓ। ਮਹਾਰਾਜ ਕਹਿੰਦੇ ਪੰਡਤਾਂ ਵਾਲਾ ਰੂਪ ਧਾਰੀ ਫਿਰਦੇ ਆ, ਰੁਦਰ ਦੀਆਂ ਪਾਈ ਫਿਰਦੇ ਆ, ਮਾਲਾ ਥੱਲੇ ਖੜਾਵਾਂ ਪਾਈਆਂ, ਅਤੇ ਪੰਡਤ ਟਿੱਕੇ ਲਾਈ ਫਿਰਦੇ ਆ, ਲੰਮੇ ਲੰਮੇ ਪੰਡਤ ਬਣੇ, ਉਹਨਾਂ ਨੂੰ ਲਿਆਓ ਫੜ ਕੇ। ਉਹ ਗਿਣਤੀ ਦੇ ਸਾਰੇ 20 ਗਣੇ, ਜਦੋਂ ਫੜ ਕੇ ਲਿਆਂਦੇ 20 ਸੀ ਉਹ। ਸਾਰੇ ਮੇਲੇ ਵਿੱਚ ਉਹੀ ਚੋਰੀ ਅਤੇ ਠੱਗੀ ਦਾ ਕੰਮ ਕਰ ਰਹੇ ਸਨ, 20 ਦੇ 20। ਚੋਰੀ ਵੀ ਗੀਜੇ ਵੀ ਕੱਟ ਲੈਂਦੇ, ਚੋਰੀ ਵੀ ਕਰ ਲੈਂਦੇ ਅਤੇ ਠੱਗੀਆਂ ਵੀ ਮਾਰਦੇ। ਬਸ ਫੜ ਕੇ ਅਸਾਂ ਕੋਲ ਲੈ ਆਓ। ਮਹਾਰਾਜ ਕਹਿੰਦੇ ਪਰ ਆਖਿਓ ਕੁਝ ਨਾ, ਅਸੀਂ ਆਪ ਪੁੱਛਾਂਗੇ। ਮਹਾਰਾਜ ਕਹਿੰਦੇ ਤੁਸੀਂ ਨਾ ਕਿਸੇ ਨੂੰ ਕੁਛ ਆਖਿਓ, ਅਸੀਂ ਆਪ ਪੁੱਛਾਂਗੇ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਉਸੇ ਵੇਲੇ ਦੀਵਾਨ ਆਨੰਦ ਚੰਦ ਜੀ ਤਕੜੇ ਸੈਨਿਕ ਸਿੱਖਾਂ ਨੂੰ ਨਾਲ ਲੈ ਕੇ ਮੇਲੇ ਵਿੱਚ ਵੜ ਗਏ। ਮੇਲੇ ਵਿੱਚ ਵੜ ਕੇ ਜਾ ਕੇ ਜਿੰਨੇ ਗੁਲਾਬੀ ਧੋਤੀਆਂ, ਲੰਮੇ ਤਿਲਕਾਂ, ਉਦਰਕਸ਼ ਦੀਆਂ ਮਾਲਾਂ ਵਾਲੇ ਸਾਧੂ ਬ੍ਰਾਹਮਣ ਸਨ, ਉਹਨਾਂ ਨੂੰ ਘੇਰ ਕੇ ਲੈ ਆਏ। ਉਹਨਾਂ ਨੂੰ ਘੇਰਾ ਪਾ ਲਿਆ, ਸਿੰਘਾਂ ਨੇ ਘੇਰ ਕੇ ਲੈ ਆਏ। ਸਾਰੇ ਜਿਸ ਵੇਲੇ ਸਤਿਗੁਰੂ ਜੀ ਦੇ ਪੇਸ਼ ਕੀਤੇ ਤਾਂ ਮਹਾਰਾਜ ਨੇ ਇੱਕ ਨੂੰ ਕਿਹਾ ਕਿ ਉਹ ਚੋਰੀ ਦਾ ਮਾਲ ਕੋਲੋਂ ਕੱਢ ਕੇ ਇੱਥੇ ਰੱਖ ਦਿਓ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਕੋਲ ਚੋਰੀ, ਇੱਕ ਨੂੰ ਸੱਦ ਕੇ ਕਿਹਾ ਮਹਾਰਾਜ ਨੇ, ਕਹਿੰਦਾ ਚੋਰੀ ਦਾ ਮਾਲ ਇੱਥੇ ਰੱਖ ਦਿਓ, ਅਤੇ ਨਹੀਂ ਤੁਹਾਡੇ ਨਾਲ ਹਾਲ ਦੇਖੋ ਕੀ ਹੋਊਗਾ। ਇੱਕ ਸਾਧੂ ਬੜਾ ਚਲਾਕ ਅਤੇ ਮੂਰਖ ਸੀ। ਉਹ ਸਤਿਗੁਰੂ ਜੀ ਦੀ ਬ੍ਰਹਮਾ ਸ਼ਕਤੀ ਤੋਂ ਉਹਨੂੰ ਪਤਾ ਨਹੀਂ ਸੀ ਵੀ ਸ਼ਕਤੀ ਇੰਨੀ ਆ। ਉਸਨੇ ਬੜੇ ਰੋਹਬ ਨਾਲ ਉੱਤਰ ਦਿੱਤਾ, ਵਿਖਣੀ ਐਵੇਂ ਕਹੀ ਜਾਂਦਾ ਵੀ ਸਤਿਗੁਰੂ ਜੀ ਨੂੰ ਊਂ ਸਮਝਿਆ ਉਹਨੇ, ਰੋਹਬ ਨਾਲ ਉੱਤਰ ਦਿੰਦਾ ਉਹ। ਸਾਨੂੰ ਚੋਰੀ ਦੇ ਦੋਸ਼ ਕਿਉਂ ਲਾਇਆ, ਸਾਨੂੰ ਚੋਰੀ ਦਾ ਦੋਸ਼ ਕਿਉਂ ਲਾਇਆ? ਉਹ ਪੰਡਤ ਕਹਿੰਦਾ ਹਮਾਰਾ ਮਾੜਾ ਚੰਗਾ ਆਪਨੇ ਕਿਆ ਦੇਖਾ। ਕਹਿੰਦੇ ਸਾਡਾ ਮਾੜਾ ਚੰਗਾ ਤੁਸੀਂ ਕੀ ਦੇਖਿਆ, ਸਾਡੇ ਸਿਰ ਚੋਰੀ ਦੇ ਇਲਜ਼ਾਮ ਲਾਉਂਦੇ ਆ। ਚੋਜੀ ਪ੍ਰੀਤਮ ਹੱਸ ਪਏ, ਹੱਸਦੇ ਹੋਏ ਬੋਲੇ ਪੰਡਤ ਰਾਮਨਾਥ ਜੀ, ਉਸਾਂ ਨੇ ਇੱਕ ਮਾਈ ਦੀ ਗਠੜੀ ਚੱਕੀ ਹੈ, ਦੋਹਾਂ ਦੇ ਪੈਸੇ ਜੇਬ ਵਿੱਚੋਂ ਕੱਢੇ ਹਨ। ਤੁਸੀਂ ਇੱਕ ਮਾਈ ਦੀ ਗਠੜੀ ਵੀ ਕੱਢੀ ਹੈ ਅਤੇ ਮਾਈ ਦੇ ਪੈਸੇ ਵੀ ਚੁਰਾਏ ਆ। ਤੁਸੀਂ ਕਾਸ਼ੀ ਤੋਂ ਨਹੀਂ ਆਏ, ਸਗੋਂ ਬਾਹਰ ਦੇ ਰਹਿਣ ਵਾਲੇ ਹੋ। ਮਹਾਰਾਜ ਕਹਿੰਦੇ ਤੁਸੀਂ ਕਾਸ਼ੀ ਕੂਸ਼ੀ ਤੋਂ ਨਹੀਂ ਆਏ, ਐਵੇਂ ਝੂਠ ਬੋਲਦੇ ਆ, ਤੁਸੀਂ ਤਾਂ ਇੱਧਰ ਉੱਧਰ ਦੇ ਹੀ ਰਹਿਣ ਵਾਲੇ ਆ। ਤੁਸਾਂ ਦਾ ਬਾਪ ਘੇਲੀ ਡੰਗਰਾਂ ਦਾ ਚੋਰ ਸੀ, ਉਹ ਸੱਪ ਲੜ ਕੇ ਮਰ ਗਿਆ। ਤੁਸਾਂ ਦਾ ਬਾਪ ਜਦੋਂ ਮਰ ਗਿਆ, ਜਦੋਂ ਇੱਕ ਸਾਧੂ ਦੇ ਡੇਰੇ ਵਿੱਚੋਂ ਲਵੇਰੀਆਂ ਗਊਆਂ ਚੋਰੀ ਕਰਕੇ ਪਿੰਡ ਨੂੰ ਆ ਰਿਹਾ ਸੀ, ਉਹਦੇ ਰਾਹ 'ਚ ਸੱਪ ਲੜ ਗਿਆ ਅਤੇ ਕਿਸੇ ਦੀਆਂ ਮੱਝਾਂ ਇੱਕ ਸਾਧੂ ਦੀਆਂ ਚੋਰੀ ਕਰ ਲਈਆਂ ਸੀ ਉਹਨੇ। ਤੁਸੀਂ ਨਾ ਬ੍ਰਾਹਮਣ ਹੋ ਅਤੇ ਨਾ ਕਾਸ਼ੀ ਦੇ ਪੰਡਤ, ਜਾਤ ਦੇ ਧਾਨ ਹੋ, ਭਾਟੜੇ ਹੋ, ਹੋਰ ਕੁਛ ਪੁੱਛਣਾ ਦੱਸੋ ਕੀ ਪੁੱਛਣਾ ਚਾਹੁੰਦੇ ਆ। ਮਹਾਰਾਜ ਕਹਿੰਦੇ ਤੁਸੀਂ ਨਹੀਂ ਪੰਡਤ ਪੁੰਡਤ ਜਾਣ ਕੇ ਭੇਸ਼ ਬਦਲਾਇਆ ਹੋਇਆ। ਇੱਕ ਦਿਨ ਸਾਧ ਸੰਗਤ ਤੁਹਾਨੂੰ ਇੱਥੇ ਹੁਣੇ ਪੰਜਾਬ ਦੀ ਨੇ ਵਾਰਤਾ ਹੋਈ ਹੈ, ਇੱਕ ਬੰਦਾ ਜਮਾਂ ਠੀਕ ਸਾਰੇ ਦਾ ਸਾਰਾ, ਕੋਈ ਉਹਦੀ ਲੱਤ ਨਾ ਪੈਰ ਵਿੰਗਾ, ਅਤੇ ਉਹ ਖਰੌੜੀਆਂ 'ਤੇ ਤੁਰ ਰਿਹਾ ਸੀ ਕੱਛਾਂ 'ਚ ਦੇ ਕੇ, ਅਤੇ ਸੀ ਉਹ ਠੀਕ, ਅਤੇ ਮੰਗਦਾ ਫਿਰਦਾ ਜੀ। ਅਗਲਾ ਕਹਿੰਦਾ ਵੀ ਚਲੋ ਯਾਰ ਇਹ ਫੌੜੀਆਂ 'ਤੇ ਤੁਰਦਾ ਅਤੇ ਬਹੁਤ ਔਖਾ, ਚਲੋ ਇਹਨੂੰ ਦੇ ਦਿਓ ਕੁਛ। ਲੋਕ ਉਹਨੂੰ ਪੈਸੇ ਦੇਈ ਜਾ ਰਹੇ ਸਨ। ਉਹ ਕਿਸੇ ਨੇ ਕਿਤੇ ਜਦੋਂ ਪੈਸੇ ਦੇ ਕੇ ਗਿਆ ਸੀ ਅਤੇ ਉਹ ਰਸਤੇ ਦੇ ਵਿੱਚ ਜਦੋਂ ਨਾ ਕਿਤੇ ਉਹਨਾਂ ਨੇ ਪਾਣੀ ਪੂਣੀ ਪੀਤਾ, ਉਹ ਖਰੌੜੀਆਂ ਰੱਖ ਕੇ ਊਂ ਪੀਣ ਲੱਗ ਗਿਆ, ਜਮਾਂ ਸਹੀ ਤੁਰ ਪਿਆ। ਉਹ ਬੰਦੇ ਨੇ ਦੇਖ ਲਿਆ, ਉਹ ਜਦੋਂ ਦੂਜੇ ਦਿਨ ਉਸ ਪਿੰਡ 'ਚ ਆਇਆ, ਉਹਨੇ ਫੜ ਲਿਆ, ਕਹਿੰਦਾ ਆਓ ਇੱਧਰ ਤੂੰ, ਕਹਿੰਦਾ ਚੱਕ ਸਿੱਟ ਕਰੇ ਫੌੜੀਆਂ। ਜਦੋਂ ਸਿੱਟੀਆਂ ਅਤੇ ਸਹੀ ਸਲਾਮਤ ਸੀ। ਕੀ ਕੀਤਾ ਜਾਵੇ, ਕਈ ਲੋਕ ਮੰਗਣ ਵਾਲੇ ਇਸ ਤਰ੍ਹਾਂ ਬਣ ਜਾਂਦੇ ਆ। ਉਹ ਪੰਡਤ ਹੈ ਨਹੀਂ ਸੀ, ਪਰ ਬਣੇ ਹੋਏ ਪੰਡਤ ਸੀ, ਅਤੇ ਠੱਗੀਆਂ ਮਾਰ ਰਹੇ ਸੀ ਮੇਲੇ ਦੇ ਵਿੱਚ ਫਿਰ ਕੇ। ਅਤੇ ਸਤਿਗੁਰੂ ਜੀ ਨੇ ਫੜ ਲਏ, ਸਾਰਾ ਕੁਛ ਦੱਸਤਾ ਉਹਨਾਂ ਦਾ।
ਵੀ ਤੁਸੀਂ ਇਸ ਤਰ੍ਹਾਂ ਸਾਡਾ ਪਿਤਾ ਆਏ ਅਸੀਂ। ਮਹਾਰਾਜ ਕਹਿੰਦੇ ਹੋਰ ਪੁੱਛਣਾ ਦੱਸੋ ਕੀ ਦੱਸ ਗਏ, ਹੋਰ ਸਭ ਕੁਛ ਹੋਰ ਦੱਸ ਦਿਆਂਗੇ, ਪੁੱਛੋ। ਭੇਖੀ ਸਾਧੂ ਝੂਠਾ ਹੋ ਗਿਆ, ਉਹ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਧਰਤੀ ਉਸ ਨੂੰ ਵੇਲ ਨਹੀਂ ਸੀ ਦਿੰਦੀ ਕਿਉਂਕਿ ਝੂਠਾ ਹੋ ਗਿਆ। ਉਹਦੇ ਹੱਥ ਜੁੜ ਗਏ, ਕਾਹਲੀ ਨਾਲ ਸਤਿਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ। ਉਹ ਕਾਹਲੀ ਕਾਹਲੀ ਵੀ ਮਹਾਰਾਜ ਹੁਣ ਮੈਨੂੰ ਬਖਸ਼ ਲਓ, ਤੁਸੀਂ ਸੱਚੇ ਆ, ਅਸੀਂ ਝੂਠੇ ਆ, ਮੈਂ ਭੁੱਲਿਆ, ਮੈਨੂੰ ਖਿਮਾ ਕਰੋ। ਦਾਤਾ, ਮੈਂ ਚੋਰ ਪਾਪੀ ਠੱਗ ਹਾਂ, ਮੈਂ ਇਹਨਾਂ ਚੋਰਾਂ ਦਾ ਸਰਦਾਰ ਆ। ਇਹ ਵੀ ਮੰਨ ਗਿਆ, ਕਹਿੰਦਾ ਜਿਹੜੇ ਸਾਰੇ ਚੋਰ ਫਿਰਦੇ ਨਾ 20-22 ਜਾਣੇ, ਕਹਿੰਦਾ ਮੈਂ ਇਹਨਾਂ ਦਾ ਸਰਦਾਰ ਹਾਂ। ਅਸੀਂ ਸਾਰੇ ਬ੍ਰਾਹਮਣ ਨਹੀਂ ਹਾਂ, ਭੇਖ ਦਿਖਾ ਕੇ ਲੁੱਟਦੇ ਹਾਂ, ਸਾਰਾ ਸਮਾਨ ਅਸੀਂ ਦੇ ਦਿੰਦੇ ਹਾਂ। ਮਹਾਰਾਜ ਕੋਈ ਨਹੀਂ, ਸਾਰਾ ਸਮਾਨ ਦੇ ਦਿੰਦੇ ਜਿਹਦਾ ਜਿਹਦਾ ਹੈਗਾ, ਜਿਵੇਂ ਹੁਕਮ ਕਰੋ ਤਿਵੇਂ ਕਰਨ ਨੂੰ ਅਸੀਂ ਤਿਆਰ ਹਾਂ। ਭਾਵੇਂ ਮਾਰੋ ਸੁੱਟੋ ਅਤੇ ਭਾਵੇਂ ਛੱਡੋ, ਆਹ ਲਓ ਆਪਦਾ ਸਮਾਨ। ਉਹ ਪੰਡਤ ਕਹਿਣ ਲੱਗੇ ਸਤਿਗੁਰੂ ਜੀ ਨੂੰ, ਅਸੀਂ ਪਾਪੀ ਵੱਡੇ ਗੁਨਾਹਗਾਰ ਹਾਂ, ਕਿਰਪਾ ਕਰਕੇ ਸਾਨੂੰ ਬਖਸ਼ ਲਵੋ। ਇਹ ਦੁਨੀਆ ਦੇ ਮਾਲਕ ਦਿਆਲੂ ਕਿਰਪਾਲੂ ਮਹਾਰਾਜ, ਅਸੀਂ ਨਹੀਂ ਸਾਂ ਜਾਣਦੇ ਕਿ ਤੁਸੀਂ ਕਰਾਮਾਤੀ ਤੇ ਅੰਤਰਜਾਮੀ ਹੋ। ਅਸੀਂ ਤਾਂ ਤੁਹਾਨੂੰ ਇੱਕ ਭੋਲੇ ਸੰਤ ਸਮਝ ਰਹੇ ਸੀ। ਅਸੀਂ ਹਰਿਦੁਆਰ ਤੋਂ ਹੋਰ ਤੀਰਥਾਂ 'ਤੇ ਜਾ ਕੇ ਯਾਤਰੂਆਂ ਨੂੰ ਲੁੱਟਦੇ ਹਾਂ, ਸਾਰਾ ਕੁਛ ਮੰਨੀ ਜਾਣ। ਸਾਨੂੰ ਕਿਸੇ ਨੇ ਫੜਿਆ ਨਹੀਂ, ਸਾਰੇ ਸਾਡੀ ਪੂਜਾ ਕਰਦੇ ਹਨ। ਸਾਨੂੰ ਦੇਵੀ ਦੇ ਭਗਤ ਨੇਕ ਅਤੇ ਵਿਦਵਾਨ ਸਮਝਦੇ ਆ ਲੋਕ, ਜਦੋਂ ਅਸੀਂ ਭੇਸ ਧਾਰ ਲੈਂਦੇ ਹਾਂ। ਪਰ ਅਸੀਂ ਚੋਰ, ਖੂਨੀ, ਦੁਰਾਚਾਰੀ, ਅਸਾਂ ਵਿੱਚ ਕੋਈ ਗੁਣ ਨਹੀਂ ਹੈ। ਅਸੀਂ ਦੁਰਾਚਾਰੀ ਨਹੀਂ ਇੰਨੇ ਹੈ, ਅਸੀਂ ਤਾਂ ਚੋਰੀਆਂ ਠੱਗੀਆਂ ਵਾਲੇ ਹਾਂ। ਬਸ ਸਾਨੂੰ ਤਾਂ ਬਖਸ਼ੋ ਅਤੇ ਅੱਗੇ ਨੂੰ ਰਸਤੇ ਪਾ ਦਿਓ। ਮਹਾਰਾਜ ਸਾਨੂੰ ਅੱਜ ਬਖਸ਼ ਲਵੋ, ਗਾਂ ਨੂੰ ਸਾਡੀ ਇਹ ਜੂਨੀ ਕੱਟ ਦਿਓ ਅਤੇ ਸਾਡੇ ਕਾਰਜ ਰਾਸ ਕਰੋ। ਇਹ ਆ ਕੇ ਪਹਿਲਾਂ ਰਾਮਨਾਥ ਨੇ ਆਪਣੇ ਕੋਲੋਂ ਯਾਤਰੂਆਂ ਦੇ ਚੋਰੀ ਕੀਤੇ ਹੋਏ ਰੁਪਈਏ ਰੱਖ ਦਿੱਤੇ। ਉਸ ਦੇ ਪਿੱਛੋਂ ਉਹਦੇ ਸਾਥੀਆਂ ਨੇ ਜੋ ਕੁਝ ਚੋਰੀ ਕੀਤਾ ਸੀ ਉਹ ਭਾਈ ਨੰਦ ਚੰਦ ਜੀ ਨੂੰ ਫੜਾ ਦਿੱਤਾ। ਹੁਣ ਸਤਿਗੁਰੂ ਜੀ ਨੇ ਸਭ ਨੂੰ ਖਿਮਾ ਕੀਤਾ, ਬਖਸ਼ ਦਿੱਤਾ। ਸਾਰਿਆਂ ਨੂੰ ਸਤਿਗੁਰੂ ਨੇ ਆਪਣੇ ਪਾਸ ਰੱਖ ਲਿਆ। ਉਹ ਚੰਗੇ ਸੈਨਿਕ ਬਣੇ ਬਾਅਦ ਦੇ ਵਿੱਚ। ਇਸ ਘਟਨਾ ਦਾ ਅਸਰ ਸਿੱਖ ਸੰਗਤਾਂ ਉੱਤੇ ਬੜਾ ਚੰਗਾ ਪ੍ਰਭਾਵ ਪਿਆ, ਕਿਉਂਕਿ ਸਿੱਖ ਸੰਗਤਾਂ ਨੂੰ ਵੀ ਪਤਾ ਲੱਗ ਗਿਆ ਵੀ ਸਤਿਗੁਰੂ ਜੀ, ਕਿਉਂਕਿ ਪਹਿਲਾਂ ਜਿਹੜੇ ਦੂਰੋਂ ਨੇੜੇ ਆਉਂਦੇ ਸੀ ਉਹ ਨਹੀਂ ਸਮਝਦੇ ਸੀ ਇਹ ਗੱਲਾਂ, ਹੁਣ ਨਮਸਕਾਰਾਂ ਤਾਂ ਕਰੀ ਜਾ ਰਹੇ ਸੀ। ਪਰ ਉਹ ਸਾਧ ਸੰਗਤ ਬਹੁਤ ਵੱਡਾ ਪ੍ਰਭਾਵ ਪਿਆ ਸੰਗਤ 'ਤੇ। ਜਿਹੜੇ ਢਿੱਲੜ ਸਿੱਖ, ਕੁਝ ਲਾਪਰਵਾਹ ਸੀ, ਉਹਨਾਂ ਦੇ ਵੀ ਕੰਨ ਕਸੇ ਗਏ ਕਿ ਸਤਿਗੁਰੂ ਜੀ ਅੰਤਰਜਾਮੀ ਹਨ, ਕੋਈ ਐਸੀ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਨਾਲ ਮੁੜ ਕੇ ਸ਼ਰਮਿੰਦਾ ਹੋਣਾ ਪਵੇ। ਜਿਹੜੇ ਦੂਸਰੇ ਢਿੱਲੇ ਸਿੱਖ ਸੀ ਨਾ, ਉਹ ਵੀ ਸਮਝ ਗਏ ਵੀ ਹੁਣ ਇੱਥੇ ਆ ਕੇ ਨਾ ਅਨੰਦਪੁਰ ਸਾਹਿਬ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਕੋਈ ਕਰਨੀ ਚਾਹੀਦੀ ਜਿਹਦੇ 'ਤੇ ਅਸੀਂ ਸ਼ਰਮਿੰਦੇ ਹੋਈਏ ਅਤੇ ਫੜੇ ਜਾਈਏ। ਇਹ ਗੱਲਾਂ ਹੋ ਕੇ ਸਾਧ ਸੰਗਤ ਉਦੋਂ ਬਾਅਦ ਬਰਾਗੀਆਂ ਦੇ ਭਰਮ ਦੂਰ ਕਰਨੇ, ਜਿਹੜੇ ਬਰਾਗੀ ਸਾਧੂ ਸੀ, ਹੁਣ ਸਾਧੂ ਸਾਰੇ ਤਰ੍ਹਾਂ ਦੇ ਆਉਂਦੇ ਸੀ ਸਤਿਗੁਰੂ ਜੀ ਦੇ ਪਾਸ, ਆਪਦੇ ਆਪ ਬਣੇ ਵੀ ਅਤੇ ਬਰਾਗੀ ਵੀ। ਹੁਣ ਅਮਨ ਦਾ ਸਮਾਂ ਸੀ, ਅਨੇਕਾਂ ਲੋਕ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਸਨ। ਉਸ ਸਮੇਂ ਬਰਾਗੀ ਸਾਧੂਆਂ ਦਾ ਜ਼ੋਰ ਸੀ ਸਤਿਗੁਰੂ ਜੀ ਦੇ ਵੇਲੇ। ਉਹ ਟੋਲਿਆਂ ਦੇ ਟੋਲੇ ਦੇਸ਼ ਵਿੱਚ ਫਿਰਦੇ ਰਹਿੰਦੇ ਸਨ, ਘੋੜੇ ਰੱਖਦੇ, ਹਥਿਆਰ ਵੀ ਕੋਲ ਰੱਖਦੇ, ਡਾਕੂਆਂ ਵਾਂਗ ਮਾਰ ਧਾੜ ਕਰਕੇ ਵੀ ਖਾ ਜਾਂਦੇ। ਉਹਨਾਂ ਬਰਾਗੀਆਂ ਦਾ ਇੱਕ ਟੋਲਾ ਅਨੰਦਪੁਰ ਆ ਪੁੱਜਿਆ। ਹੁਣ ਸਤਿਗੁਰੂ ਜੀ ਦੇ ਭੰਡਾਰੇ ਵਿੱਚ ਉਹਨਾਂ ਨੂੰ ਰਾਸ਼ਨ ਮਿਲ ਗਿਆ। ਰਾਸ਼ਨ ਮਿਲਣ 'ਤੇ ਉਹ ਖੁਸ਼ ਤਾਂ ਹੋਏ, ਪਰ ਉਹਨਾਂ ਦੇ ਮਨ ਦੇ ਵਿੱਚ ਭਰਮ ਬਹੁਤ ਉਤਪੰਨ ਹੋਇਆ। ਖੁਸ਼ ਤਾਂ ਹੋ ਗਏ ਪਰ ਭਰਮ ਵੀ ਦਿਲ ਦੇ ਵਿੱਚ ਪੈ ਗਿਆ। ਬਰਾਗੀਆਂ ਦਾ ਮੁਖੀ ਮਹੰਤ ਮਦਨ ਦਾਸ ਜੀ
ਉਹਦੇ ਸਿਰ ਦੇ ਉੱਤੇ ਲੰਮੀਆਂ ਜਟਾਵਾਂ, ਤਕੜਾ ਉੱਚਾ ਲੰਮਾ ਜਵਾਨ ਤੇ ਵੱਡੀ ਗੋਗੜ, ਭਾਰੀ ਦੇਹ ਵਾਲਾ। ਉਸਨੇ ਗੁਰੂ ਜੀ ਦੇ ਕੋਲ ਆ ਕੇ ਗਿਆਨ ਚਰਚਾ ਕਰਦਿਆਂ ਹੋਇਆਂ ਬੇਨਤੀ ਕੀਤੀ ਕਿ ਮੇਰੇ ਮਨ ਵਿੱਚ ਕੁਝ ਸ਼ੰਕੇ ਹਨ ਮਹਾਰਾਜ, ਉਹਨਾਂ ਸ਼ੰਕਿਆਂ ਨੂੰ ਤੁਸੀਂ ਦੂਰ ਕਰੋ, ਬੜੀ ਖੁਸ਼ੀ ਨਾਲ ਸ਼ੰਕੇ ਦੂਰ ਕਰੋ। ਸਤਿਗੁਰੂ ਜੀ ਨੇ ਫਰਮਾਇਆ, ਕਹਿਣ ਲੱਗੇ ਸਿੱਖ ਧਰਮ ਵਿੱਚ ਕੜਾਹ ਪ੍ਰਸ਼ਾਦ ਕਰਾਉਣ ਦਾ ਕਿਉਂ ਬਹੁਤਾ ਰਿਵਾਜ ਹੈ? ਕੀ ਇਸ ਦਾ ਭੋਗ ਭਗਵਾਨ ਦਾ ਜ਼ਰੂਰੀ ਪ੍ਰਸ਼ਾਦ ਹੈ? ਕੀ ਭਗਵਾਨ ਬਹੁਤਾ ਪ੍ਰਸੰਨ ਹੁੰਦਾ ਇਹਦੇ ਨਾਲ? ਮਦਨ ਮਹੰਤ ਦਾਸ ਦੇ ਸਵਾਲ ਸੀ ਇਹ, ਮਹਾਰਾਜ ਨੂੰ ਕਹਿਣ ਲੱਗੇ ਇਹ। ਠੀਕ ਹੈ, ਸਿੱਖ ਕੜਾਹ ਪ੍ਰਸ਼ਾਦ ਬਹੁਤ ਚੜਾਉਂਦੇ ਹਨ ਅਤੇ ਤੁਹਾਡੇ ਕੋਲ ਦੇਗਾਂ ਕਰਕੇ ਲਿਆਉਂਦੇ ਆ। ਇਹ ਪਵਿੱਤਰ ਪ੍ਰਸ਼ਾਦ ਹੈ। ਇਸ ਦੇ ਪ੍ਰਚਲਨ ਕਰਨ ਦੀ ਸਾਖੀ ਇਉਂ ਹੈ, ਜਦ ਸਤਿਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਮਿਲਣ ਵਾਸਤੇ ਸਮੇਰ ਤੇ ਕੈਲਾਸ਼ ਪਰਬਤ 'ਤੇ ਪੁੱਜੇ ਸਨ, ਤਦ ਸਿੱਧਾਂ ਨੇ ਇੱਕ ਚਲਾਕੀ ਖੇਡੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ। ਉਹਨਾਂ ਨੇ ਗੁਰੂ ਜੀ ਦੀ ਪ੍ਰੀਖਿਆ ਕਰਨਾ ਚਾਹੀ। ਉਹਨਾਂ ਕਿਹਾ ਸੀ, ਹੇ ਬਾਲਾ, ਤੂੰ ਸਾਨੂੰ ਭੋਜਨ ਛਕਾ ਸਕਦਾ ਹੈ? ਜ਼ਰੂਰ, ਆਪ ਲੋਕਾਂ ਨੂੰ ਭੋਜਨ ਕਰਾਉਂਦਾ ਹਾਂ। ਇਹ ਵਿਸ਼ਾਲ ਜੰਗਲ ਕੁਦਰਤ ਦਾ ਖਜ਼ਾਨਾ ਭੰਡਾਰਾ ਹਨ। ਫਲ ਪੂੰਗ ਬਹੁਤ ਹੈ, ਅਸੀਂ ਹੁਣੇ ਲੈ ਕੇ ਆਉਂਦੇ ਹਾਂ। ਇਹ ਆ ਕੇ ਜਗਤ ਗੁਰੂ ਜੀ ਜੰਗਲਾਂ ਵੱਲ ਤੁਰ ਪਏ, ਉਹਨਾਂ ਨੂੰ ਸਿੱਧਾਂ ਨੂੰ ਕਹਿ ਕੇ। ਪਰ ਸਿੱਧਾਂ ਵਿੱਚੋਂ ਕੁਝ ਸਿੱਧਾਂ ਨੇ ਜੋਗ ਵੱਲ ਨਾਲ ਆਪਣੇ ਆਪ ਨੂੰ ਬਹੁਤ ਬਿਰਧ ਕਰ ਲਿਆ। ਉਦੋਂ ਉਹਨਾਂ ਵਿੱਚ ਨਾ ਯੋਗ ਅਵਸਥਾ ਹੁੰਦੀ ਸੀ ਸਿੱਧਾਂ ਸਾਧੂਆਂ ਦੇ ਵਿੱਚ, ਕਿਉਂਕਿ ਗੋਰਖਨਾਥ ਦਾ ਬਹੁਤ ਜ਼ੋਰ ਸੀ। ਉਹਨਾਂ ਨੇ ਬੁੱਢੇ ਬਣ ਗਏ ਵੀ ਹੁਣ ਇਹ ਲਿਆਉਣਗੇ ਅਤੇ ਜਿਹੜੇ ਉਹ ਫਲ ਫੁੱਲ ਆਪਾਂ ਤੋਂ ਖਾਧੇ ਨਹੀਂ ਜਾਣੇ, ਆਪਣੇ ਕਈਆਂ ਦੇ ਦੰਦ ਹੈ ਨਹੀਂ, ਅਤੇ ਆਪੇ ਸ਼ਰਮਿੰਦਾ ਹੋਊਗਾ ਗੁਰੂ ਨਾਨਕ ਵੀ ਉਹਨਾਂ ਤੋਂ ਛਕਾਇਆ ਨਹੀਂ ਆਪਾਂ ਨੂੰ ਜਾਣਾ। ਉਹਨਾਂ ਦੇ ਇਸ ਵਤੀਰੇ ਦਾ ਪਤਾ ਗੁਰੂ ਜੀ ਨੂੰ ਲੱਗ ਗਿਆ। ਮਹਾਰਾਜ ਅੰਤਰਜਾਮੀ ਸੀ, ਉਹਨਾਂ ਨੇ ਉਹਨਾਂ ਦੇ ਦਿਲ ਦੀਆਂ ਜਾਣ ਲਗਾ। ਅਤੇ ਉਸ ਵੇਲੇ ਕਰਤਾਰ ਮਹਾਂਬ੍ਰਹਮਾ ਦੇ ਹੁਕਮ ਨਾਲ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਹੈ, ਤਾਂ ਉਸ ਵੇਲੇ ਕਰਤਾਰ ਮਹਾਂਬ੍ਰਹਮਾ ਦੇ ਹੁਕਮ ਨਾਲ ਚਾਰੇ ਦੇਵਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਅਤੇ ਵਰਨ ਚਾਰ ਚੀਜ਼ਾਂ ਲੈ ਕੇ ਆਏ। ਬ੍ਰਹਮਾ ਕੋਲ ਘਿਓ, ਵਿਸ਼ਨੂੰ ਕੋਲ ਖੰਡ, ਸ਼ਿਵ ਜੀ ਕੋਲ ਮੈਦਾ ਆਟਾ, ਵਰਨ ਕੋਲ ਜਲ ਸੀ। ਚੌਹਾਂ ਦੇਵਤਿਆਂ ਨੇ ਫਿਰ ਅਗਨਵਾ ਦੇਵਤੇ ਨੂੰ ਆਵਾਜ਼ ਦਿੱਤੀ। ਅਗਨ ਦੇਵਤਾ ਆ ਗਿਆ, ਉਸਨੇ ਸੇਕ ਅੱਗ ਬਖਸ਼ੀ। ਚਾਰੇ ਚੀਜ਼ਾਂ ਇਕੱਤਰ ਕਰਕੇ ਸੇਕ ਦੇ ਵਸੀਲੇ ਨਾਲ ਕੜਾਹ ਪ੍ਰਸ਼ਾਦ ਕਰਕੇ ਭੋਜ ਪੱਤਰਾਂ ਉੱਤੇ ਪਾ ਕੇ ਬਾਲਾ ਦੇ ਸਮਾਨ ਤਿਆਰ ਕਰ ਦਿੱਤਾ। ਚਾਰੇ ਦੇਵਤੇ ਮਨੁੱਖ ਰੂਪ ਧਾਰ ਕੇ ਉਸ ਪ੍ਰਸ਼ਾਦ ਨੂੰ ਚੁੱਕੀ ਸਿੱਧਾਂ ਦੇ ਪਾਸ ਪਹੁੰਚ ਗਏ। ਹੁਣ ਸਤਿਗੁਰੂ ਨੇ ਫਲ ਪੂੰਗ ਅਤੇ ਕੜਾਹ ਪ੍ਰਸ਼ਾਦ ਉਹਨਾਂ ਦੇ ਅੱਗੇ ਰੱਖ ਦਿੱਤਾ। ਹੁਣ ਜਿਹੜੇ ਬੁੱਢੇ ਬਣੇ ਸਨ, ਉਹਨਾਂ ਸਿੱਧਾਂ ਨੂੰ ਗੁਰੂ ਜੀ ਨੇ ਕੜਾਹ ਪ੍ਰਸ਼ਾਦ ਬਖਸ਼ਦਿਆਂ ਹੋਇਆਂ ਫਰਮਾਇਆ, ਤੁਸਾਂ ਇਹ ਹਲਕਾ ਪ੍ਰਸ਼ਾਦ ਛਕੋ। ਬੁੱਢਿਆਂ ਨੂੰ ਮਹਾਰਾਜ ਕਹਿਣ ਲੱਗੇ, ਮੇਰੇ ਕਰਤਾਰ ਦੀ ਇਹੋ ਇੱਛਾ ਹੈ। ਸਿੱਧ ਕਰਾਮਾਤੀ ਸਨ, ਉਹਨਾਂ ਪਾਸ ਵੀ ਬ੍ਰਹਮਾ ਸ਼ਕਤੀ ਦਾ ਪ੍ਰਕਾਸ਼ ਸੀ ਸਿੱਧਾਂ ਕੋਲੇ, ਪਰ ਉਹ ਹੰਕਾਰੀ ਸਨ। ਜਗਤ ਦਾ ਤਿਆਗ ਕਰਕੇ ਦੂਰ ਪਰਬਤਾਂ ਵਿੱਚ ਲੁਕੇ ਹੋਏ ਸਨ ਸਿੱਧ। ਫਿਰ ਵੀ ਉਹ ਤਾੜ ਗਏ ਕਿ ਚਾਰੇ ਮਨੁੱਖ ਜੋ ਭੋਜ ਪੱਤਰਾਂ ਉੱਤੇ ਕੜਾਹ ਪ੍ਰਸ਼ਾਦ ਲਿਆਏ ਹਨ, ਉਹ ਚਾਰੇ ਦੇਵਤੇ ਹਨ। ਅਜੇ ਉਹ ਵਿਚਾਰਾਂ ਹੀ ਕਰ ਰਹੇ ਸਨ ਕਿ ਦੇਵਤੇ
ਉਹਨਾਂ ਅੱਗੇ ਕੜਾਹ ਪ੍ਰਸ਼ਾਦ ਰੱਖ ਕੇ ਇੱਕਦਮ ਅਲੋਪ ਹੋ ਗਏ ਸਿੱਧਾਂ ਦੇ ਮੂਹਰੇ। ਇਹ ਕੌਤਕ ਦੇ ਕੇ ਸਿੱਧਾਂ ਨੇ ਸਤਿਗੁਰੂ ਜੀ ਨੂੰ ਆਪਣਾ ਗੁਰੂ ਮੰਨ ਲਿਆ ਤੇ ਕੜਾਹ ਪ੍ਰਸ਼ਾਦ ਨੂੰ ਵਰ ਦਿੱਤਾ। ਇਸ ਵਾਸਤੇ ਸਿੱਖਾਂ ਵਿੱਚ ਕੜਾਹ ਪ੍ਰਸ਼ਾਦ ਕਰਾਉਣਾ ਚੰਗਾ ਸਮਝਿਆ ਜਾਂਦਾ। ਮਹਾਰਾਜ ਕਹਿੰਦੇ ਉਸ ਨੂੰ ਬਰਾਗੀ ਨੂੰ ਆਦੇ। ਇਹ ਕਥਾ ਸੁਣ ਕੇ ਬਰਾਗੀ ਮਦਨ ਦਾਸ ਜੀ ਦੇ ਮਨ ਦਾ ਭਰਮ ਦੂਰ ਹੋ ਗਿਆ। ਉਹ ਸਤਿਗੁਰੂ ਜੀ ਤੇ ਗੁਰੂ ਘਰ ਦੀ ਮਹਿਮਾ ਦੇ ਜਾਦੂ ਨਾਲ ਕੀਲਿਆ ਗਿਆ। ਉਸ ਦੇ ਪਿੱਛੋਂ ਮਦਨ ਦਾਸ ਨੇ ਗੱਲ ਸ਼ੁਰੂ ਕਰ ਦਿੱਤੀ ਕਿ ਬਰਾਗੀ ਬਹੁਤ ਤਕੜੇ ਹਨ, ਤੀਰ ਤੇ ਤੇਗ ਚਲਾਉਣ ਵਿੱਚ ਬਹੁਤ ਮਾਹਰ ਹਨ, ਉਹ ਕਿਸੇ ਕੋਲੋਂ ਨਹੀਂ ਹਾਰਦੇ, ਡਰਦੇ ਵੀ ਨਹੀਂ ਤੇ ਹਾਰਦੇ ਵੀ ਨਹੀਂ। ਇਹਨਾਂ ਨੇ ਬੜੀਆਂ ਜੰਗਾਂ ਲੜੀਆਂ ਹਨ ਬਰਾਗੀਆਂ ਨੇ। ਬਰਾਗੀ ਦੀ ਐਸੀ ਹੰਕਾਰ ਭਰੀ ਫੜ ਦੇਖ ਕੇ ਸਤਿਗੁਰੂ ਜੀ ਮੁਸਕਰਾ ਪਏ, ਖੁਸ਼ ਹੋਏ, ਮੁਖੋਂ ਮੁਸਕਰਾਉਂਦੇ ਹੋਏ ਬੋਲੇ, ਬਹੁਤ ਅੱਛਾ, ਬਹੁਤ ਅੱਛਾ, ਤੁਸਾਂ ਦਾ ਬਲ ਫਿਰ ਦੇਖ ਹੀ ਲੈਂਦੇ ਹਾਂ। ਮਹਾਰਾਜ ਕਹਿੰਦੇ ਥੋੜ੍ਹਾ ਦੇਖਦੇ ਹਾਂ ਬਲ। ਕੱਲ੍ਹ ਖੁੱਲ੍ਹੇ ਮੈਦਾਨ ਵਿੱਚ ਫੌਜੀ ਖੇਡਾਂ ਹੋਣਗੀਆਂ, ਉਹਨਾਂ ਖੇਡਾਂ ਵਿੱਚ ਤੁਸਾਂ ਨੇ ਵੀ ਹਿੱਸਾ ਲੈਣਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਬਰਾਗੀ ਨੇ ਕਿਹਾ, ਬਹੁਤ ਅੱਛਾ, ਇਹ ਕੁਝ ਹੋਏ ਤਾਂ ਹੋਰ ਕੀ ਚਾਹੀਦਾ। ਬਰਾਗੀ ਨੂੰ ਹੰਕਾਰ ਸੀ, ਅਸੀਂ ਤਾਂ ਕਰਤੱਵ ਕਰਕੇ ਪ੍ਰਸੰਨ ਹੁੰਦੇ ਹਾਂ। ਹੁਣ ਅਗਲੇ ਦਿਨ ਖੇਡਾਂ ਕਰਨ ਦੀ ਤਿਆਰੀ ਆਰੰਭ ਹੋ ਗਈ। ਅਨੰਦਪੁਰ ਦੇ ਪੱਛਮ ਵੱਲ ਨਦੀ ਦੇ ਸੁੱਕੇ ਰੋਹੜ ਵਿੱਚ, ਜਿੱਥੇ ਅੱਜ ਨੇਜਾਬਾਜ਼ੀ ਹੁੰਦੀ ਹੈ, ਜਿੱਥੇ ਹੁਣ ਹੋਲੇ ਮਹੱਲੇ ਦਾ ਨਗਰ ਕੀਰਤਨ ਕੱਢਿਆ ਜਾਂਦਾ ਹੈ, ਬਰਾਗੀ ਜਵਾਨਾਂ ਤੇ ਸਿੱਖਾਂ ਦਾ ਉੱਥੇ ਮੁਕਾਬਲਾ ਸ਼ੁਰੂ ਹੋਇਆ। ਘੋੜਾ ਨਸ਼ਾਉਣਾ, ਤਲਵਾਰ ਨਾਲ ਲੜਨਾ, ਤੀਰ ਚਲਾਉਣੇ। ਬਰਾਗੀ ਬਾਜੀ ਨਾ ਲਿਜਾ ਸਕੇ, ਜਿੱਤ ਨਾ ਸਕੇ। ਮਹੰਤ ਮਦਨ ਦਾਸ ਨੂੰ ਬੜਾ ਮਾਣ ਸੀ ਕਿ ਉਹ ਤੀਰ ਚਲਾਉਣ ਵਿੱਚ ਉਸਤਾਦ ਹਨ, ਉਹਦਾ ਨਿਸ਼ਾਨਾ ਨਹੀਂ ਉਕਦਾ। ਉਸ ਸਮੇਂ ਦਾ ਅਰਜਨ ਹੈ ਜਿਸ ਨੇ ਮੱਛੀ ਦੀ ਅੱਖ ਵਿੱਚ ਤੀਰ ਮਾਰ ਕੇ ਦਰੋਪਤੀ ਪ੍ਰਾਪਤ ਕੀਤੀ ਸੀ। ਇਹ ਦਰੋਣਾਚਾਰੀਆ ਦਾ ਤੀਰ ਵਿੱਚ ਤੀਰ ਮਾਰ ਕੇ ਤੀਰਾਂ ਦੀ ਲੰਮੀ ਸੋਟੀ ਬਣਾ ਸਕਦਾ ਹੈ, ਇੰਨਾ ਤਕੜਾ ਹੈ ਮਦਨ ਦਾਸ। ਉਹਦੇ ਤੀਰ ਕਈ ਕੋਸ ਤੱਕ ਜਾ ਸਕਦੇ ਹਨ, ਪਰ ਉਹ ਆਪ ਨਹੀਂ ਜਾਣਦਾ। ਸਤਿਗੁਰੂ ਜੀ ਇੱਕ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ 'ਤੇ ਬਿਰਾਜਮਾਨ ਹਨ, ਅਤੇ ਦੂਸਰਾ ਇੱਕ ਮਹਾਂ ਤਪੱਸਵੀ ਅਤੇ ਕਰਤਾਰ ਦੇ ਹੁਕਮ ਨਾਲ ਸੰਸਾਰ ਉੱਤੇ ਆਉਣਾ ਕੀਤਾ ਹੈ। ਫਿਰ ਨੇਕੀ ਅਤੇ ਧਰਮ ਵਾਸਤੇ ਜੀਵਨ ਬਲੀਦਾਨ ਕਰਨ ਦਾ ਫੈਸਲਾ ਕਰ ਚੁੱਕੇ ਹਨ। ਉਹ ਨਹੀਂ ਸੀ ਪਤਾ ਮਹੰਤ ਮਦਨ ਦਾਸ ਨੂੰ। ਹੁਣ ਮਹੰਤ ਮਦਨ ਦਾਸ ਨਾ ਟਲਿਆ। ਉਸਨੇ ਕਿਹਾ, ਮੈਂ ਤਾਂ ਜੀ ਤੁਸਾਂ ਦੇ ਨਾਲ ਤੀਰ ਚਲਾਉਣ ਦਾ ਮੁਕਾਬਲਾ ਕਰ ਸਕਦਾ ਹਾਂ। ਮਹੰਤ ਕਹਿੰਦਾ, ਮਹੰਤ ਹੋ ਕੇ ਸਿੱਖਾਂ ਨਾਲ ਮੁਕਾਬਲਾ ਕਰਾਂ। ਕਹਿੰਦਾ ਸਿੱਖਾਂ ਨਾਲ ਮੁਕਾਬਲਾ ਨਹੀਂ ਮੈਂ ਕਰਨਾ, ਮੈਂ ਤਾਂ ਤੁਹਾਡੇ ਨਾਲ ਕਰਨਾ। ਮਹਾਰਾਜ ਨੂੰ ਕਹਿੰਦਾ ਮੈਂ ਸਿੱਖਾਂ ਨਾਲ ਕਰਾਂ ਮੁਕਾਬਲਾ, ਇਹ ਨਹੀਂ ਹੋ ਸਕਦਾ। ਇਹ ਤੁਸਾਂ ਰੱਬ ਦੇਖੋ ਅਤੇ ਦਿਖਾਓ, ਨਾ ਤੁਸੀਂ ਹੱਥ ਦੇਖੋ ਅਤੇ ਦਿਖਾਓ। ਉਹ ਮਹੰਤ ਦਾਸ ਕਹਿੰਦਾ ਮਹਾਰਾਜ ਨੂੰ, ਕਹਿੰਦਾ ਤੁਸੀਂ ਹੱਥ ਦੇਖੋ ਅਤੇ ਨਾਲੇ ਆਪਦੇ ਦਿਖਾਓ। ਸਤਿਗੁਰੂ ਜੀ ਰੋਗੀਆਂ ਦੇ ਰੋਗ ਦੂਰ ਕਰਨ ਵਾਸਤੇ ਆਏ ਸਨ। ਹੰਕਾਰ ਵੀ ਇੱਕ ਮਹਾਂ ਭਿਆਨਕ ਰੋਗ ਹੈ, ਜਿਹੜਾ ਹੰਕਾਰ ਹੈ, ਜਿਸ ਦੇ ਕਾਰਨ ਬਾਲੀ ਪਤਾਲਪੁਰੀ ਨੂੰ ਗਿਆ ਸੀ। ਸਾਹਿਬਾਂ ਨੇ ਉਸ ਵੇਲੇ ਤੀਰ ਕਮਾਨ ਚੁੱਕੀ ਅਤੇ ਬਚਨ ਕੀਤਾ, ਬਰਾਗੀ ਜੀ ਦੱਸੋ ਨਿਸ਼ਾਨਾ ਕਿੱਥੋਂ ਦਾ ਲਿਆ ਜਾਵੇ।
ਜਿੱਥੇ ਸਤਿਗੁਰੂ ਤੇ ਬਰਾਗੀ ਬੈਠੇ ਸਨ ਉੱਥੋਂ ਹਾਟਵੇਂ ਉੱਚੇ ਦਰਖਤ ਸਨ, ਜਿਨ੍ਹਾਂ ਦੇ ਉੱਤੇ ਮੋਟੇ ਫਲ ਲੱਗੇ ਹੋਏ ਸਨ, ਜੋ ਸੰਤਰਿਆਂ ਜਾਂ ਛੋਟੀਆਂ ਗਲਗਲਾਂ ਜਿੱਡੇ। ਉਸ ਬੂਟੇ ਵੱਲ ਦੇਖ ਕੇ ਮਹੰਤ ਨੇ ਕਿਹਾ, ਬਸ ਤੀਰ ਮਾਰੋ, ਸਾਹਮਣੇ ਬ੍ਰਿਛ ਦੇ ਫਲ ਦੀ ਬੱਖੀ ਵਿੱਚ ਲੱਗੇ। ਕੱਲੇ ਨੂੰ ਤੀਰ ਵੱਜੇ ਤੇ ਕੱਲਾ ਫਲ ਧਰਤੀ ਉੱਤੇ ਡਿੱਗੇ। ਯਤਨ ਹੋਵੇ ਕਿ ਬਿਰਛ ਦੇ ਹਰੇ ਪੱਤੇ ਨਾਲ ਨਾ ਲੱਗਣ ਤੀਰ ਦੇ, ਬਸ ਇਹੋ ਦਿਖਾਈ ਦੇਵੇ ਕਿ ਫਲ ਤੀਰ ਨਾਲ ਆਪ ਤੋੜਿਆ ਹੈ, ਐਂ ਪਤਾ ਲੱਗੇ, ਉੱਥੇ ਮਾਰੋ ਤੀਰ। ਮਹੰਤ ਕਿਰਪਾਲ ਦਾਸ ਕਹਿੰਦਾ ਮਹਾਰਾਜ ਨੂੰ। ਮਹਾਰਾਜ ਕਹਿੰਦੇ ਇਵੇਂ ਹੀ ਹੋਵੇਗਾ। ਇਹ ਆ ਕੇ ਸਤਿਗੁਰੂ ਨੇ ਧਨੁੱਖ ਨੂੰ ਸੰਭਾਲਿਆ, ਧਨੁੱਖ ਦੀ ਤੰਦੀ ਨੂੰ ਟਨਕੋਰਿਆ। ਤੰਦੀ ਦੇ ਟਨਕੋਰ ਨਾਲ ਸਾਰਿਆਂ ਦੇ ਧਿਆਨ ਉਸ ਪਾਸੇ ਵੱਲ ਖਿੱਚੇ ਗਏ ਜਿੱਧਰ ਸਤਿਗੁਰੂ ਜੀ ਖੜ੍ਹੇ ਸਨ। ਤੀਰ ਕਮਾਨੋਂ ਨਿਕਲਿਆ ਸੱਪ ਦੀ ਜੀਭ ਵਰਗਾ ਤੀਰ ਸੀ। ਉਹ ਛਾਂ ਛਾਂ ਕਰਦਾ ਗਿਆ ਤੇ ਫਲ ਦੀ ਬੱਖੀ ਵਿੱਚ ਵੱਜ ਕੇ ਉਹਦੀ ਕੰਢੀ ਤੱਕ ਪੁੱਜ ਗਿਆ। ਕੰਢੀ ਨਾਲ ਛੋਹਦਿਆਂ ਫਲ ਤੇ ਤੀਰ ਦੋਵੇਂ ਧਰਤੀ ਤੇ ਆ ਡਿੱਗੇ। ਸਿੱਖ ਨੱਸ ਕੇ ਗਏ ਤੇ ਫਲ ਤੇ ਤੀਰ ਨੂੰ ਫੜ ਕੇ ਸਤਿਗੁਰੂ ਜੀ ਦੇ ਕੋਲੇ ਲੈ ਆਏ। ਇਸ ਦੇ ਪਿੱਛੋਂ ਵਾਰੀ ਆਈ ਮਹੰਤ ਦੀ। ਹੁਣ ਸਤਿਗੁਰੂ ਜੀ ਦੇ ਤੀਰ ਦੀ ਸ਼ਕਤੀ ਨੂੰ ਦੇਖ ਕੇ ਉਹਦੇ ਹੱਥ ਪੈਰ ਝੂਠੇ ਪੈ ਗਏ, ਉਹਦੇ ਮਹੰਤ ਕਿਰਪਾਲ ਦਾ, ਉਹਦੇ ਮਦਨ ਦਾਸ ਦੇ। ਉਸਨੇ ਹੌਸਲੇ ਨਾਲ ਸਰੀਰ ਨੂੰ ਸੰਭਾਲ ਕੇ ਤੇ ਮਨ ਬਿਰਤੀ ਨੂੰ ਇਕਾਗਰ ਕਰਕੇ ਤੀਰ ਕਮਾਨੋਂ ਛੱਡਿਆ। ਉਹ ਤੀਰ ਇੱਕ ਫਲ ਨੂੰ ਵਿੰਨ੍ਹ ਕੇ ਤਿੰਨਾਂ ਹੋਰ ਫਲਾਂ ਵਿੱਚ ਜਾ ਵੱਜਿਆ। ਨਾਲ ਹੀ ਇੱਕ ਟਾਹਣੀ ਟੁੱਟ ਗਈ। ਤਿੰਨ ਫਲ ਕੁਝ ਪੱਤੇ ਤੇ ਟਾਹਣੀ ਧਰਤੀ ਤੇ ਆਈ ਦੇਖ ਕੇ ਮਹੰਤ ਦੇ ਹੱਥ ਪੈਰ ਠੰਡੇ ਹੋ ਗਏ। ਉਸ ਨੂੰ ਧਰਤੀ ਵਿਹਲ ਨਾ ਦੇਵੇ, ਉਹ ਬਹੁਤ ਸ਼ਰਮਿੰਦਾ ਹੋਇਆ। ਉਹਦਾ ਹੰਕਾਰ ਖਤਮ ਹੋ ਗਿਆ। ਹੰਕਾਰ ਉਸ ਨੂੰ ਗਰਮਾਈ ਫਿਰਦਾ ਸੀ, ਉਹਨੂੰ ਭਜਾਈ ਫਿਰਦਾ ਸੀ। ਉਸ ਨੇ ਹੀ ਤਜਵੀਜ਼ ਪੇਸ਼ ਕੀਤੀ ਅਤੇ ਉਹੀ ਆਪ ਹੀ ਫੇਲ ਹੋ ਗਿਆ। ਆਪ ਹੀ ਉਹਨੇ ਗੱਲਾਂ ਕਹੀਆਂ ਵੀ ਐਂ ਵੱਜੇ ਤੀਰ, ਐਂ ਵੱਜੇ, ਅਤੇ ਆਪ ਹੀ ਉਹਨਾਂ ਤੀਰਾਂ 'ਚੋਂ ਫੇਲ ਹੋ ਗਿਆ। ਦੇਖਣ ਵਾਲੇ ਸਿੱਖ ਹੱਸ ਪਏ। ਚੇਲਿਆਂ ਦੇ ਹੁੰਦਿਆਂ ਹੋਇਆਂ ਨਰਾਦਰੀ ਹੋਈ, ਕਿਉਂਕਿ ਚੇਲਿਆਂ ਨੂੰ ਇਹ ਕਹਿੰਦਾ ਆਇਆ ਸੀ, ਮੈਂ ਗੁਰੂ ਨਾਲ 2 ਹੱਥ ਕਰਾਂਗਾ। ਵਿੱਦਿਆ ਆਤਮਿਕ ਸ਼ਕਤੀ ਅਤੇ ਸ਼ਸਤਰ ਵਿੱਦਿਆ ਵਿੱਚ ਮੈਂ ਮਾਹਰ ਹਾਂ। ਪਰ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਕੋਈ ਗੱਲ ਨਾ ਔੜੀ। ਹੰਕਾਰ ਦਾ ਸਿਰ ਨੀਵਾਂ ਵਾਲੀ ਗੱਲ ਹੋਈ। ਬਹੁਤ ਸ਼ਰਮ ਮੰਨੀ ਉਹਨੇ। ਆਖਰ ਉਸ ਨੂੰ ਸਤਿਗੁਰੂ ਜੀ ਦੇ ਅੱਗੇ ਨਿਵਣਾ ਪਿਆ। ਹੱਥ ਜੋੜ ਕੇ ਖਿਮਾ ਮੰਗਣੀ ਪਈ। ਹੁਣ ਜੇਤੂ ਸਤਿਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ। ਸਤਿਗੁਰੂ ਜੀ ਨੇ ਸਾਰੇ ਬਰਾਗੀਆਂ ਨੂੰ ਉਪਦੇਸ਼ ਕਰਦਿਆਂ ਹੋਇਆਂ ਕਿਹਾ, ਤੁਸਾਂ ਲੋਕਾਂ ਨੇ ਘਰਾਂ ਤੇ ਗ੍ਰਸਤ ਦਾ ਤਿਆਗ ਕੀਤਾ, ਪਰ ਹੰਕਾਰ ਤੇ ਲਾਲਚ ਦਾ ਤਿਆਗ ਨਹੀਂ ਕੀਤਾ। ਤੁਸੀਂ ਘਰੋਂ ਜ਼ਰੂਰ ਤੁਸੀਂ ਨਿਕਲੇ ਫਿਰਦੇ ਆ, ਪਰ ਤੁਸੀਂ ਹੰਕਾਰ ਦਾ ਅਤੇ ਲਾਲਚ ਦਾ ਤਿਆਗ ਨਹੀਂ ਕੀਤਾ। ਤੁਸੀਂ ਜੱਥਿਆਂ ਦੇ ਜੱਥੇ ਨਗਰਾਂ ਵਿੱਚ ਫਿਰਦੇ ਅਤੇ ਗ੍ਰਸਤੀਆਂ ਨੂੰ ਤੰਗ ਕਰਦੇ ਹੋ, ਪਰ ਕਿਸੇ ਨੂੰ ਲਾਭ ਕੋਈ ਨਹੀਂ ਪਹੁੰਚਾਉਂਦੇ, ਨਾ ਕਿਸੇ ਦਾ ਕੋਈ ਭਲਾ ਕਰਦੇ ਹੋ। ਹੁਣ ਦੇਸ਼ ਦੀ ਸੁੰਦਰਤਾ, ਖੁਸ਼ਹਾਲੀ ਅਤੇ ਧਰਮ ਦੀ ਰੱਖਿਆ ਦਾ ਕੋਈ ਖਿਆਲ ਤੁਹਾਡੇ ਕੋਲ ਨਹੀਂ ਹੈ। ਤੁਸੀਂ ਜੀਵਨ ਅਵਸਥਾ ਗਵਾ ਰਹੇ ਹੋ। ਤੁਸੀਂ ਦੇਸ਼ 'ਤੇ ਤੁਰਦੀਆਂ ਫਿਰਦੀਆਂ ਲੋਥਾਂ ਹੋ।
ਇਸ ਜੀਵਨ ਦਾ ਕੋਈ ਲਾਭ ਨਹੀਂ। ਜੀਵਨ ਉਹ ਭਲਾ ਹੈ ਜਿਹੜਾ ਦੇਸ਼ ਤੇ ਮਨੁੱਖ ਜਾਤੀ ਦੇ ਭਲੇ ਵਾਸਤੇ ਕੁਝ ਕਰਦਿਆਂ ਹੋਇਆਂ ਬੀਤੇ। ਐਵੇਂ ਧਾੜ ਦੀ ਧਾੜ ਤੁਰੇ ਫਿਰਨਾ ਚੰਗਾ ਨਹੀਂ ਹੁੰਦਾ। ਬਹੁਤਾ ਖਾ ਲਿਆ, ਮਾੜਿਆਂ ਕੋਲੋਂ ਖੋਹ ਲਿਆ ਅਤੇ ਲੋਕਾਂ ਦੀਆਂ ਫਸਲਾਂ ਖੇਤੀਆਂ ਉਜਾੜ ਦਿੱਤੀਆਂ। ਇਹ ਸਾਰੇ ਕੰਮ ਨਹੀਂ ਹਨ। ਇਹ ਪਾਪ, ਕੁਕਰਮ ਤੇ ਕੁਧਰਮ ਹਨ। ਮੰਦਰ ਢਾਹੇ ਜਾ ਰਹੇ ਹਨ, ਨਾਰੀਆਂ ਦੀਆਂ ਅਸਮਤਾਂ ਲੁੱਟੀਆਂ ਜਾ ਰਹੀਆਂ ਹਨ, ਲੱਖਾਂ ਦੀ ਗਿਣਤੀ ਵਿੱਚ ਹਿੰਦੂਆਂ ਨੂੰ ਮੁਸਲਮਾਨ ਕੀਤਾ ਜਾ ਰਿਹਾ ਹੈ। ਪਰ ਤੁਸੀਂ ਲੋਕ ਮੌਜਾਂ ਉਡਾ ਰਹੇ ਹੋ। ਤੁਸਾਂ ਨੂੰ ਵਿਚਾਰ ਨਹੀਂ ਕਿ ਅਸੀਂ ਵੀ ਕੁਝ ਕਰੀਏ। ਇਹ ਤਿੰਨ ਮਨ ਦੀਆਂ ਦੇਹਾਂ ਚੁੱਕੀ ਫਿਰਨੀਆਂ ਚੰਗੀਆਂ ਨਹੀਂ ਹਨ। ਕੀ ਇਹ ਸਦੀਵ ਕਾਲ ਵਾਸਤੇ ਰਹਿਣੀਆਂ ਤੁਹਾਡੀਆਂ ਇਹ ਦੇਹਾਂ? ਕੀ ਇਹਨਾਂ ਨੂੰ ਕਾਲ ਨੇ ਨਹੀਂ ਖਾਣਾ? ਕਦੀ ਇਹ ਖਿਆਲ ਕੀਤਾ ਕਿ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਕੋਲ ਨਹੀਂ ਪੁੱਜਿਆ ਜਾ ਸਕਦਾ? ਦੇਖਣ ਵਿੱਚ ਆਇਆ ਕਿ ਪਖੰਡ ਵਾਲੇ ਸਦਾ ਦੁੱਖ ਉਠਾਉਂਦੇ ਹਨ, ਜਿਹੜੇ ਪਖੰਡ ਕਰਦੇ ਆ। ਮਹਾਰਾਜ ਨੇ ਦੱਸਿਆ ਕਿ ਕਹਿੰਦੇ ਕਿ ਜੈਸਾ ਏਕ ਸਵਾਂਗੀ ਕਹੂੰ ਜੋਗੀਆਂ ਬਰਾਗੀ ਬਨੇ, ਕਬੂ ਸੰਨਿਆਸ ਭੇਸ ਬਨ ਕੇ ਦਿਖਵਾਈ, ਕਹੂੰ ਪੌਣਾ ਹਾਰੀ ਕਹੂੰ ਬੈਠੇ ਲਾਏ ਤਾਰੀ, ਕਹੂੰ ਲੋਭ ਕੀ ਖਮਾਰੀ ਹੈ ਅਨੇਕ ਗੁਣ ਗਾਵੇ, ਕਹੂੰ ਬ੍ਰਹਮਚਾਰੀ ਕਹੂੰ ਹਾਥ ਪੇ ਲਗਾਵੇ ਵਾਰੀ, ਕਹੂੰ ਡੰਡ ਧਾਰੀ ਹੋਏ ਕੇ ਲੋਗਨ ਭਰਮਾਈਐ, ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੇ, ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵੇ, ਕੂਕਤ ਫਿਰਤ केते रोबत मरत केते, जल में डूबत केते आग में जरत हैं, केते गंगवासी केते मदीना मक्का निवासी, केतक अदासी भरमाई ई फिरत हैं, कहवत सहत केते भूम में गर्त गडत केते, सुआपे चढ़त केते दुख को भरत हैं, गैन में उड़त केते जल में रहत केते, ज्ञान के विहीन जग जारे ही मरत हैं। महाराज कहते जिस तरह एक बाजीगर ते नकलां करन वाला सवांग रचदा है, तिवें पुरुष जोगी बरागी ते सन्यासियां दा भेस धार के जगत विच फिरदे हन। कई चुप करके बैठदे हन ते लोकां नूं आखदे ने कि असां पौण आहारी हाँ, सिर्फ हवा खाण वाले हाँ। कई एवें ही धुप्पे ताड़ियां लाई बैठदे हन। कईयां संतां महंतां ते दुनियादारी वाले लोकां नूं लोभ माया दी खमारी चढ़ी रहिंदी है। वो रात दिने लोभ दे ही गुण गाउंदे रहिंदे हन। कई कहते हैं असीं ब्रह्मचारी हाँ, कई हत्थां विच सूहियां गढ़दे हन ते दंडवत बंधना करदे रहिंदे हन। ये सारे भेस करन वाले जगत दे भोले भाले जीवां नूं फरमाउंदे होए लुटदे हन। कई कामना वासना ते गुलाम हो के नचदे फिरदे हन। दसो ऐसे पुरुष किवें ब्रह्म लोक विच जा सकदे हन? पखंड करन वाले पुरखां नूं ब्रह्म लोक विच कोई ढोई नहीं मिलदी। अनेक हन जो कूकदे फिरदे हन, भावें कूकां आवाज़ां मार मार के भेख दिखाउंदे हन। कई रो रो के मरदे जिउंदे हन। कई पानी विच डुੱਬ ते अग विच सड़न दा पखंड करदे हन। कई गंगा हरिद्वार दे रहण वाले हन। कई मक्का मदीना दे रहण वाले, कई उदासियां दा भेख बनाई फिरदे हन।
ਕਈ ਆਪਣੇ ਆਪ ਨੂੰ ਆਰੇ ਨਾਲ ਚਰਵਾਉਂਦੇ ਹਨ ਅਤੇ ਧਰਤੀ ਵਿੱਚ ਗੱਡ ਕੇ ਪਖੰਡ ਕਰਦੇ ਹਨ। ਕਈ ਸੂਲੀ 'ਤੇ ਚੜ੍ਹਦੇ ਹਨ ਅਤੇ ਦੁੱਖ ਉਠਾਉਂਦੇ ਹਨ। ਕਈ ਕਰਾਮਾਤ ਵਾਲੇ ਸਿੱਧ ਜੋਗੀ ਅਸਮਾਨ ਵਿੱਚ ਉੱਡਦੇ ਹਨ, ਪਾਣੀ ਵਿੱਚ ਰਹਿੰਦੇ ਹਨ, ਪਰ ਪਰਮਾਤਮਾ ਦੇ ਅਸਲ ਗਿਆਨ ਤੋਂ ਬਿਨਾਂ ਉਹ ਕਦੀ ਬ੍ਰਹਮ ਲੋਕ ਨਹੀਂ ਜਾ ਸਕਦੇ, ਸਗੋਂ ਐਵੇਂ ਮਰਦੇ ਹਨ। ਸੋ ਹੇ ਬਰਾਗੀ ਮਦਨ ਦਾਸ ਜੀ, ਤੁਸਾਂ ਜੋ ਭੇਖ ਬਣਾਇਆ ਹੈ, ਇਸ ਨਾਲ ਬ੍ਰਹਮ ਲੋਕ ਜਾ ਸਕਦੇ ਹੋ। ਨਾ ਬ੍ਰਹਮ ਲੋਕ ਜਾ ਸਕਦੇ ਹੋ, ਨਾ ਹੀ ਜਗਤ ਵਿੱਚ ਵਸਦੀ ਦਿਸਦੀ ਲਕਾਈ ਦੀ ਸੇਵਾ ਕਰ ਸਕਦੇ ਹੋ। ਤੁਹਾਡੇ ਕੋਲ ਕੋਈ ਕਾਰਜ ਨਹੀਂ ਹੋਣਾ ਲੋਕਾਂ ਵਾਸਤੇ। ਦੋਹਰਾ ਜਿਵੇਂ ਭੇਖ ਦਿਖਾਏ ਜਗਤ ਕੋ ਲੋਗਨ ਕੇ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋ ਲੀਨ। ਐਸਾ ਉਪਦੇਸ਼ ਸੁਣ ਕੇ ਬਰਾਗੀਆਂ ਦੇ ਹਿਰਦਿਆਂ ਦੇ ਸਾਰੇ ਭਰਮ ਦੂਰ ਹੋ ਗਏ। ਉਹ ਸਦੀਵੀ ਕਾਲ ਵਾਸਤੇ ਸਤਿਗੁਰੂ ਦੇ ਚੇਲੇ ਬਣ ਗਏ। ਜੋ ਅੱਜ ਦੀ ਕਥਾ ਵਿਚਾਰ ਇੱਥੋਂ ਸਮਾਪਤ ਕਰਦੇ ਹਾਂ। ਦੂਜੀ ਕਥਾ ਵਿਚਾਰ ਅਗਲੇ ਭਾਗ ਦੀ ਕਾਕੇ ਨੰਦ ਚੰਗ ਨੂੰ ਉਪਦੇਸ਼ ਹੈ ਜਿਹੜਾ ਉਹ ਨਾਲ ਹੀ ਹੁਣੇ ਰਚਦੇ ਆ, ਨਾਲ ਦੂਸਰਾ ਭਾਗ ਦੇਖਣਾ।